ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਲੇਖ ਨੰਬਰ 75। ਅੱਜ ਦੇ ਲੇਖ ਦੇ ਦੋ ਪੱਖ ਹਨ। ਦੂਸਰੇ ਪੱਖ ਵਿੱਚ ਇਹ ਖੋਲ੍ਹ ਕੇ ਦਰਸਾਇਆ ਹੈ ਕਿ ਜਿਹੜਾ ਜਗਿਆਸੂ ਅੰਤਰਮੁਖੀ ਹੋ ਕੇ ਸਿਮਰਨ ਕਰਕੇ ਮਾਇਕੀ ਮੰਡਲ ਤੋਂ ਆਤਮਿਕ ਮੰਡਲ ਵੱਲ ਸਫ਼ਰ ਕਰਦਾ ਹੈ ਤਾਂ ਰਸਤੇ ਵਿੱਚ ਅਨੇਕਾਂ ਤਜਰਬੇ ਆਉਂਦੇ ਹਨ। ਉਹਨਾਂ ਤਜਰਬਿਆਂ ਕਾਰਨ ਜੋ ਸਾਨੂੰ ਭਰਮ ਵਿਆਪਦਾ ਹੈ, ਇਸ ਲੇਖ ਦਾ ਦੂਜਾ ਪੱਖ ਹੈ। ਹੁਣ ਦੂਜਾ ਪੱਖ ਅਧਿਆਤਮਿਕ ਮੰਡਲ ਦੀ ਬਾਬਤ ਭਰਮ ਦਾ। ਜਦ ਅਸੀਂ ਕਿਸੇ ਇੱਕ ਦੇਸ਼ ਤੋਂ ਦੂਸਰੇ ਦੇਸ਼ ਵੱਲ ਸਫ਼ਰ ਕਰਦੇ ਹਾਂ ਤਾਂ ਰਾਹ ਵਿੱਚ ਅਨੇਕਾਂ ਨਵੀਆਂ ਚੀਜ਼ਾਂ ਦੇਖਣ ਵਿੱਚ ਆਉਂਦੀਆਂ ਹਨ ਅਤੇ ਭਾਂਤ-ਭਾਂਤ ਦੇ ਦ੍ਰਿਸ਼ ਦਿਖਾਈ ਦਿੰਦੇ ਹਨ ਅਤੇ ਕਈ ਕਿਸਮ ਦੇ ਜੀਵਨ ਤਜਰਬੇ ਹੁੰਦੇ ਹਨ। ਐਨ ਇਸੇ ਤਰ੍ਹਾਂ ਜਦ ਜਗਿਆਸੂ ਦੀ ਸੁਰਤੀ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਉਸ ਅਣਡਿੱਠੀ ਆਤਮਿਕ ਦੁਨੀਆ ਵੱਲ ਸਫ਼ਰ ਕਰਦੀ ਹੈ ਤਾਂ ਸੁਰਤੀ ਵਿੱਚ ਭਾਂਤ-ਭਾਂਤ ਦੇ ਦ੍ਰਿਸ਼ ਦਿਖਾਈ ਦਿੰਦੇ ਹਨ। ਹਾਂਜੀ, ਉਹ ਦੁਨੀਆ ਪਹਿਲੇ ਤਾਂ ਨਹੀਂ ਦੇਖੀ ਅਸੀਂ, ਅਣਡਿੱਠੀ ਦੁਨੀਆ ਹੈ। ਸੋ ਜਦੋਂ ਜਗਿਆਸੂ ਦੀ ਸੁਰਤੀ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਉਸ ਅਣਡਿੱਠੀ ਆਤਮਿਕ ਦੁਨੀਆ ਵੱਲ ਸਫ਼ਰ ਕਰਦੀ ਹੈ ਤਾਂ ਸੁਰਤੀ ਵਿੱਚ ਭਾਂਤ-ਭਾਂਤ ਦੇ ਦ੍ਰਿਸ਼ ਦਿਖਾਈ ਦਿੰਦੇ ਹਨ ਤੇ ਅਲੌਕਿਕ ਮਾਨਸਿਕ ਅਤੇ ਅਧਿਆਤਮਿਕ ਤਜਰਬੇ ਹੁੰਦੇ ਹਨ। ਜਿਸ ਤਰ੍ਹਾਂ ਕਿ ਅਜੀਬ ਕਿਸਮਾਂ ਦੀ ਰੋਸ਼ਨੀ ਦੀਆਂ ਲਿਸ਼ਕਾਂ ਪੈਣੀਆਂ, ਇਹ ਆਮ ਵਾਪਰਦਾ ਹੈ ਤਜਰਬਾ। ਸੁਰਤ ਵਿੱਚ ਅਜੀਬ ਕਿਸਮ ਦੀ ਰੋਸ਼ਨੀ ਦੀਆਂ ਲਿਸ਼ਕਾਂ ਪੈਂਦੀਆਂ ਹਨ। ਗੁਰੂਆਂ ਮਹਾਂਪੁਰਖਾਂ ਦੇ ਦਰਸ਼ਨਾਂ ਦਾ ਝਲਕਾਰਾ ਪੈਣਾ, ਇਹ ਤਜਰਬਾ ਵੀ ਹੁੰਦਾ ਹੈ। ਮਹਾਂਪੁਰਖਾਂ ਦੇ ਗੁਰੂਆਂ ਦੇ ਦਰਸ਼ਨਾਂ ਦਾ ਝਲਕਾਰਾ ਪੈਣਾ, ਗੁਰਧਾਮਾਂ ਦੇ ਦਰਸ਼ਨ ਹੋਣੇ, ਅਜੀਬ ਕਿਸਮ ਦੇ ਦ੍ਰਿਸ਼ ਦੇਖਣੇ, ਅਤਿਅੰਤ ਡਰਾਵਣੇ ਦ੍ਰਿਸ਼ ਦੇਖਣੇ ਜਾਂ ਅਧਿਆਤਮਿਕ ਮੰਡਲ ਦੇ ਅਲੌਕਿਕ ਦ੍ਰਿਸ਼ ਦੇਖਣੇ ਜਾਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋਣੀਆਂ ਜਾਂ ਵਾਕ ਸਿੱਧੀ ਪ੍ਰਾਪਤ ਹੋਣੀ ਜਾਂ ਭੂਤ ਭਵਿੱਖ ਦੀ ਸੋਝੀ ਹੋ ਆਉਣੀ ਜਾਂ ਅਥਾਹ ਸ਼ਕਤੀ ਦੀ ਪ੍ਰਾਪਤੀ ਹੋਣੀ ਜਾਂ ਅਸਚਰਜ ਤੇ ਅਨੋਖੇ ਅਧਿਆਤਮਿਕ ਤਜਰਬੇ ਹੋਣੇ ਜਾਂ ਗੁਪਤ ਰੂਹਾਂ ਦੇ ਦਰਸ਼ਨ ਹੋਣੇ ਜਾਂ ਰੁਣ ਚੁਣ ਜਾਂ ਥਰਖੰਬੜੀ ਮਹਿਸੂਸ ਕਰਨੀ, ਅਣਹੋਣੀਆਂ ਸਰੀਰਕ ਹਰਕਤਾਂ ਹੋਣੀਆਂ ਜਾਂ ਗੁਪਤ ਆਵਾਜ਼ਾਂ ਸੁਣਨੀਆਂ ਜਿਨ੍ਹਾਂ ਨੂੰ ਆਮ ਲੋਕ ਨਹੀਂ ਸੁਣ ਸਕਦੇ। ਸੋ ਇਸ ਤਰ੍ਹਾਂ ਦੇ ਤਜਰਬੇ ਹੁੰਦੇ ਹਨ। ਮਾਇਕੀ ਮੰਡਲ ਤੋਂ ਆਤਮਿਕ ਦੇਸ਼ ਤਾਈਂ ਜਿਹੜਾ ਸੁਰਤੀ ਦਾ ਪੈਂਡਾ ਹੈ, ਇਹ ਬੜਾ ਲੰਬੇਰਾ, ਬਿਖੜਾ ਤੇ ਗੁੰਝਲਦਾਰ ਹੈ ਅਤੇ ਕਈ ਮਾਨਸਿਕ ਤੇ ਅਧਿਆਤਮਿਕ ਤਹਿਾਂ ਅਥਵਾ ਸਤਹ ਵਿੱਚ ਦੀ ਲੰਘਣਾ ਪੈਂਦਾ ਹੈ। ਹਾਂਜੀ, ਸੁਰਤ ਜਦੋਂ ਆਤਮਿਕ ਮੰਡਲ ਵੱਲ ਸਫ਼ਰ ਕਰਦੀ ਹੈ, ਕਈ ਮਾਨਸਿਕ ਸਤਿਆਂ ਵਿੱਚੋਂ ਨਿਕਲਣਾ ਪੈਂਦਾ ਹੈ, ਫਿਰ ਕਈ ਅਧਿਆਤਮਿਕ ਸਤਹਾਂ ਉਹਨਾਂ ਦੀ ਵਿੱਚੋਂ ਨਿਕਲਣਾ ਪੈਂਦਾ ਹੈ। ਸੋ ਇਸ ਲੰਮੇ ਤੇ ਔਖੇ ਸਫ਼ਰ ਵਿੱਚ ਅਨੇਕਾਂ ਤਜਰਬਿਆਂ ਦਾ ਹੋਣਾ ਇੱਕ ਸੁਭਾਵਿਕ ਗੱਲ ਹੈ। ਪਰ ਜੇਕਰ ਉੱਪਰ ਦੱਸੇ ਇਹ ਖਿੰਨ ਭੰਗਰ ਮਾਨਸਿਕ ਲਿਸ਼ਕਾਂ, ਚਮਤਕਾਰੇ ਦਰਸ਼ਨ ਆਦਿ ਸੱਚੀਆਂ ਜਾਂ ਅਸਲੀ ਅਧਿਆਤਮਿਕ ਪ੍ਰਾਪਤੀਆਂ ਹੋਣ ਤਾਂ ਸਾਡੇ ਮਨ ਚਿਤ ਬੁੱਧੀ ਅਤੇ ਸਮੁੱਚੇ ਜੀਵਨ ਵਿੱਚ ਕੋਈ ਸਦੀਵੀ ਅਧਿਆਤਮਿਕ ਪਰਿਵਰਤਨ ਹੋਣਾ ਚਾਹੀਦਾ ਹੈ ਅਤੇ ਮਾਇਆ ਦੇ ਭਰਮਗੜ੍ਹ ਵਿੱਚੋਂ ਨਿਕਲ ਕੇ ਆਤਮਿਕ ਮੰਡਲ ਦੇ ਨਾਮ ਪ੍ਰਕਾਸ਼ ਵਿੱਚ ਜਾ ਵਾਸਾ ਹੋਣਾ ਚਾਹੀਦਾ ਹੈ। ਧਿਆਨ ਦੇਣਾ ਜੀ, ਇਹ ਜਿੰਨੇ ਵੀ ਤਜਰਬੇ ਦੱਸੇ ਹਨ, ਜੇ ਇਹ ਅਸਲੀ ਪ੍ਰਾਪਤੀਆਂ ਹੋਣ, ਅਸਲੀ ਅਧਿਆਤਮਿਕ ਪ੍ਰਾਪਤੀਆਂ, ਤਾਂ ਇੱਕਦਮ ਕੋਈ ਸਾਡੇ ਜੀਵਨ ਵਿੱਚ ਸਦੀਵੀ ਪਰਿਵਰਤਨ ਹੋਣਾ ਚਾਹੀਦਾ ਹੈ ਤੇ ਸਾਡਾ ਜਿਹੜਾ ਪ੍ਰਵੇਸ਼ ਹੈ ਉਹ ਨਾਮ ਦੇ ਮੰਡਲ ਵਿੱਚ ਹੋਣਾ ਚਾਹੀਦਾ ਹੈ। ਪਰ ਇਹਨਾਂ ਮਾਨਸਿਕ ਚਮਤਕਾਰਾਂ ਤੇ ਦਰਸ਼ਨਾਂ ਨਾਲ ਸਾਡੇ ਰੋਜ਼ਾਨਾ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਅਤੇ ਅਸੀਂ ਉਸੇ ਤਰ੍ਹਾਂ ਆਪਣੀ ਪੁਰਾਣੀ ਮਾਇਕੀ ਜੀਵਨ ਰੋੜ ਵਿੱਚ ਰੁੜੀ ਜਾਂਦੇ ਹਾਂ ਤੇ ਸਾਡੇ ਸਮੁੱਚੇ ਜੀਵਨ ਵਿੱਚ ਕੋਈ ਅਧਿਆਤਮਿਕ ਪਰਿਵਰਤਨ ਨਹੀਂ ਆਉਂਦਾ। ਹਾਂਜੀ, ਦਰਸ਼ਨ ਦੇਖੇ ਮਹਾਂਪੁਰਖਾਂ ਦਾ ਝਲਕਾਰਾ ਵਜਿਆ, ਇੱਕ ਦੋ ਦਿਨ ਬਾਅਦ ਉਹੀਓ ਝੂਠ, ਉਹੀਓ ਕ੍ਰੋਧ, ਉਹੀਓ ਸਿਮਰਨ ਤੋਂ ਟੁੱਟ ਗਿਆ ਇਨਸਾਨ, ਮਨ ਉਚਾਟ। ਸੋ ਮਾਇਕੀ ਜੀਵਨ ਰੋੜ ਵਿੱਚ ਤਾਂ ਰੁੜੀ ਜਾਂਦਾ ਹੈ। ਉੱਪਰਲੀ ਵਿਚਾਰ ਤੋਂ ਸਪਸ਼ਟ ਹੈ ਕਿ ਇਹ ਅਖੌਤੀ, ਖਿੰਨ ਭੰਗਰ, ਮਾਨਸਿਕ ਚਮਤਕਾਰੇ, ਝਲਕਾਰੇ, ਦਰਸ਼ਨ ਜਾਂ ਤਜਰਬੇ, ਇਹ ਸਾਡੇ ਮਾਨਸਿਕ ਮਨੋਕਲਪਤ ਅਥਵਾ ਸਵੈ ਪ੍ਰੇਰਕ ਖਿਆਲਾਂ ਤੇ ਨਿਸ਼ਚਿਆਂ ਅਥਵਾ ਪਿਛਲੇ ਕਰਮਾਂ ਦੇ ਪ੍ਰਭਾਵ ਦੇ ਪ੍ਰਤੀਬਿੰਬ ਹੀ ਹੁੰਦੇ ਹਨ। ਧਿਆਨ ਦੇਣਾ ਜੀ, ਜੇ ਅਸਲੀ ਤਜਰਬੇ ਹੋਣ ਤਾਂ ਇੱਕਦਮ ਸਦੀਵੀ ਪਰਿਵਰਤਨ ਹੋਣਾ ਚਾਹੀਦਾ ਹੈ। ਪਰ ਹੁੰਦਾ ਕੀ ਹੈ,
ਇਹ ਮਾਨਸਿਕ ਕਾਲਪਨਿਕ ਹੁੰਦੇ ਹਨ, ਜਿਹੜੇ ਅਸੀਂ ਸਵੈ ਪ੍ਰੇਰਕ ਨਿਸ਼ਚਿਆਂ ਦੇ ਆਧਾਰ 'ਤੇ ਆਉਂਦੇ ਹਨ। ਰੋਜ਼ ਇੱਕ ਖਿਆਲ ਸੋਚਿਆ, ਜਿਵੇਂ ਕਿਸੇ ਮਹਾਂਪੁਰਖ ਬਾਰੇ ਰੋਜ਼ ਸੋਚਿਆ ਤੇ ਜਿਹੜੀਆਂ ਗੱਲਾਂ ਅਸੀਂ ਸੁਣਨਾ ਚਾਹੁੰਦੇ ਹਾਂ ਉਹ ਅਸੀਂ ਸੋਚੀਆਂ ਕੁਝ ਅਰਸੇ ਬਾਅਦ ਉਹੀ ਉਹ ਖਿਆਲ ਸਾਡੀ ਕਲਪਨਾ ਪ੍ਰਤੀਬਿੰਬ ਬਣ ਕੇ ਸੁਪਨੇ ਵਿੱਚ ਆ ਗਈ, ਜਾਂ ਪ੍ਰਤੱਖ ਇੱਕ ਝਲਕਾਰਾ ਵੱਜ ਗਿਆ। ਸੋ ਇਹ ਅਸਲੀ ਦਰਸ਼ਨ ਨਹੀਂ ਹੁੰਦੇ, ਇੱਕ ਮਨੋਕਲਪਿਤ ਹੁੰਦੇ ਹਨ। ਇਹਨਾਂ ਮਾਨਸਿਕ ਪ੍ਰਤੀਬਿੰਬਾਂ ਨੂੰ ਅਸੀਂ ਅਸਲੀ ਆਤਮਿਕ ਕ੍ਰਿਸ਼ਮੇ ਸਮਝ ਕੇ ਅਹਿਮੀਅਤ ਦੇਣੀ ਤੇ ਇਹਨਾਂ ਨੂੰ ਆਤਮਿਕ ਪ੍ਰਾਪਤੀਆਂ ਸਮਝਣਾ, ਇਹਨਾਂ ਵਿੱਚ ਸੰਤੁਸ਼ਟ ਹੋਣਾ ਜਾਂ ਇਹਨਾਂ ਦਾ ਘਮੰਡ ਕਰਨਾ ਅਤੇ ਇਹਨਾਂ ਕਾਰਨ ਭਲੇ ਭਲੇਰੇ ਬਣਨਾ, ਇਹ ਇੱਕ ਸਬਲ ਪਰਮ ਭੁਲੇਖਾ ਹੈ। ਧਿਆਨ ਦੇਣਾ ਜੀ, ਜਦੋਂ ਵੀ ਇਹਨਾਂ ਚੀਜ਼ਾਂ ਨੂੰ ਅਹਿਮੀਅਤ ਨਹੀਂ ਦੇਣੀ ਲਿਖਿਆ ਹੈ, ਪਰ ਜਦੋਂ ਵੀ ਸਾਨੂੰ ਕੋਈ ਇਹ ਦੱਸਦਾ ਹੈ ਕਿ ਮੈਨੂੰ ਇਸ ਤਰ੍ਹਾਂ ਦਰਸ਼ਨ ਹੋਏ, ਇਹੋ ਜਿਹੇ ਤਜਰਬੇ ਹੋਏ, ਅਸੀਂ ਪ੍ਰਭਾਵਿਤ ਹੋ ਜਾਂਦੇ ਹਾਂ। ਇਸ ਤੋਂ ਸਪਸ਼ਟ ਹੈ ਕਿ ਅਸੀਂ ਅਹਿਮੀਅਤ ਦਿੱਤੀ ਹੈ। ਕੋਈ ਸਾਨੂੰ ਇਹ ਕਹਿ ਦਿੰਦਾ ਜੀ ਕੱਲ ਤੂੰ ਫਲਾਣੇ ਟਾਈਮ ਇਹ ਕੰਮ ਕੀਤਾ ਸੀ, ਅਸੀਂ ਸੋਚਦੇ ਹਾਂ ਅਸੀਂ ਤਾਂ ਕਿਸੇ ਨੂੰ ਦੱਸਿਆ ਨਹੀਂ, ਇਹਨੂੰ ਕਿਵੇਂ ਪਤਾ ਚੱਲ ਗਿਆ? ਤਾਂ ਅੰਤਰਜਾਮੀ ਅਸੀਂ ਪ੍ਰਭਾਵਿਤ ਹੋ ਜਾਂਦੇ ਹਾਂ। ਰਿਧੀਆਂ ਸਿੱਧੀਆਂ ਜਿਵੇਂ ਇਸ 'ਤੇ ਤਾਂ ਪੜ੍ਹੇ ਲਿਖੇ ਲੋਕ ਵੀ ਇਸ ਦੇ ਚੁੰਗਲ ਤੋਂ ਛੁੱਟ ਨਹੀਂ ਸਕੇ ਕਿ ਮੰਤਰ ਮਾਰ ਕੇ ਕਿਸੇ ਅੰਨੇ ਦੀਆਂ ਅੱਖਾਂ ਦੇ ਦਿੱਤੀਆਂ, ਅਸੀਂ ਪ੍ਰਭਾਵਿਤ ਹੋ ਜਾਂਦੇ ਹਾਂ। ਪਰ ਜਿਹੜਾ ਜਗਿਆਸੂ ਹੈ ਅਧਿਆਤਮਕ, ਉਹ ਇਹਨਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ, ਕਿਉਂ? ਉਹਨਾਂ ਨੂੰ ਪਤਾ ਹੁੰਦਾ ਹੈ ਇਹ ਸਾਧਾਰਨ ਤਜਰਬੇ ਹਨ। ਜਿਹੜੇ ਰਿਧੀਆਂ ਸਿੱਧੀਆਂ ਕਰਨ ਵਾਲੇ ਹਨ ਇਹ ਸਿਰਫ ਨਾਸ਼ਵਾਨ ਚੀਜ਼ਾਂ 'ਤੇ ਅਸਰ ਪਾ ਸਕਦੇ ਹਨ। ਜੇ ਅੱਖਾਂ ਦੇਤੀਆਂ, ਅੰਨੇ ਨੇ ਵੀ ਇੱਕ ਦਿਨ ਸੜ ਜਾਣਾ ਹੈ, ਅੱਖਾਂ ਵਾਲੇ ਨੇ ਵੀ ਸੜ ਜਾਣਾ ਹੈ। ਜੇ ਮਾਇਆ ਦੇਤੀ, ਮਾਇਆ ਇੱਥੇ ਰਹਿ ਜਾਣੀ ਹੈ, ਭਾਵੇਂ ਪੂਰਾ ਅੰਬਾਰ ਹੀ ਕਿਉਂ ਨਾ ਦੇ ਦੇਣ। ਅੱਗੇ ਜਾਣ ਵਾਲੀਆਂ ਚੀਜ਼ਾਂ ਰਿਧੀਆਂ ਸਿੱਧੀਆਂ ਵਾਲੇ ਦੇ ਨਹੀਂ ਸਕਦੇ। ਜਿਵੇਂ ਅੰਤਸ਼ਕਰਨ ਦੀ ਰੰਗਤ ਹੈ, ਉਸ ਨੂੰ ਬਦਲਣ ਨਾਲ ਜਾਂਦੀ ਹੈ, ਨਹੀਂ ਬਦਲ ਸਕਦੇ। ਸਿਮਰਨ ਜੀਵਨ ਨਾਲ ਜਾਂਦਾ, ਉਹ ਨਹੀਂ ਦੇ ਸਕਦੇ। ਸੋ ਇਸ ਚੀਜ਼ ਦਾ ਵਿਸਤਾਰ ਗੁਰਮੁਖ ਪਿਆਰਿਆਂ ਨੇ ਕਰਮਾਦ ਦੇ ਲੇਖ ਵਿੱਚ ਖੋਲ ਕੇ ਦਰਸਾਇਆ ਹੈ। ਸੋ ਕਹਿਣ ਤੋਂ ਭਾਵ ਹੈ ਕਿ ਜਿਸ ਤੇ ਇਹ ਤਜਰਬੇ ਵਾਪਰਨ ਉਸ ਨੂੰ ਵੀ ਅਹਿਮੀਅਤ ਨਹੀਂ ਦੇਣੀ ਚਾਹੀਦੀ, ਤੇ ਜਿਹੜਾ ਸਾਨੂੰ ਤਜਰਬੇ ਕਰਕੇ ਦਿਖਾਵੇ ਜਾਂ ਦੱਸੇ ਤੇ ਉਸ ਦੇ ਪ੍ਰਭਾਵ ਹੇਠ ਵੀ ਨਹੀਂ ਆਉਣਾ, ਕਿਉਂਕਿ ਇਹ ਸੱਚੀ ਪ੍ਰਾਪਤੀਆਂ ਨਹੀਂ ਹਨ। ਇਹ ਬਹੁਤ ਜ਼ਰੂਰੀ ਚੀਜ਼ ਹੈ, ਇੱਕ ਵੱਡਾ ਭਰਮ ਭੁਲੇਖਾ ਹੈ। ਜਿਹੜੇ ਵੀ ਅੰਤਰਮੁਖੀ ਹੁੰਦੇ ਹਨ ਉਹਨਾਂ 'ਤੇ ਤਜਰਬੇ ਵਾਪਰਦੇ ਹਨ। ਇਸ ਲਈ ਇਹ ਸਾਰੇ ਪੈਰਾਗ੍ਰਾਫ ਨੂੰ ਫਿਰ ਦੁਹਰਾ ਦਈਏ ਕਿ ਜਦ ਅਸੀਂ ਸੁਰਤੀ ਦੁਆਰਾ ਅੰਤਰਮੁਖੀ ਹੋ ਕੇ ਸਿਮਰਨ ਕਰਦੇ ਹਾਂ, ਅਣਡਿੱਠੀ ਆਤਮਿਕ ਦੁਨੀਆ ਵੱਲ ਸਫ਼ਰ ਕਰਦੇ ਹਾਂ, ਤਾਂ ਅਲੌਕਿਕ ਮਾਨਸਿਕ ਤੇ ਅਧਿਆਤਮਿਕ ਅਨੇਕਾਂ ਤਜਰਬੇ ਹੁੰਦੇ ਹਨ। ਜਿਸ ਤਰ੍ਹਾਂ ਕਿ ਅਜੀਬ ਕਿਸਮ ਦੀ ਰੋਸ਼ਨੀ ਦੀਆਂ ਲਿਸ਼ਕਾਂ ਪੈਣੀਆਂ, ਗੁਰੂਆਂ ਮਹਾਂਪੁਰਖਾਂ ਦੇ ਦਰਸ਼ਨਾਂ ਦਾ ਝਲਕਾਰਾ ਪੈਣਾ, ਗੁਰਧਾਮਾਂ ਦੇ ਦਰਸ਼ਨ ਹੋਣੇ, ਅਜੀਬ ਕਿਸਮ ਦੇ ਦ੍ਰਿਸ਼ ਦੇਖਣੇ, ਅਤਿਅੰਤ ਡਰਾਵਣੇ ਦ੍ਰਿਸ਼ ਦੇਖਣੇ, ਅਧਿਆਤਮਿਕ ਮੰਡਲ ਦੇ ਅਲੌਕਿਕ ਦ੍ਰਿਸ਼ ਦੇਖਣੇ, ਰਿਧੀਆਂ ਸਿੱਧੀਆਂ ਪ੍ਰਾਪਤ ਹੋਣੀਆਂ, ਵਾਕ ਸਿੱਧੀ ਪ੍ਰਾਪਤ ਹੋਣੀ, ਜੋ ਮੂੰਹੋਂ ਕਹਿ ਗਿਆ ਸੱਚ ਹੋ ਗਿਆ, ਇਹ ਵੀ ਕੋਈ ਵੱਡੀ ਗੱਲ ਨਹੀਂ। ਭੂਤ ਭਵਿੱਖ ਦੀ ਸੋਝੀ ਆਵਣੀ, ਅੰਤਰਯਾਮਤਾ, ਅਥਾਹ ਸ਼ਕਤੀ ਦੀ ਪ੍ਰਾਪਤੀ ਹੋਣੀ, ਅਸਚਰਤ ਤੇ ਅਨੋਖੇ ਅਧਿਆਤਮਿਕ ਤਜਰਬੇ ਹੋਣੇ, ਗੁਪਤ ਰੂਹਾਂ ਦੇ ਦਰਸ਼ਨ ਹੋਣੇ, ਰੁਣ ਚੁਣ ਜਾਂ ਥਰਕੰਬੜੀ ਮਹਿਸੂਸ ਕਰਨੀ, ਸਰੀਰ ਦੇ ਅੰਦਰ ਰੁਣ ਚੁਣ ਜਾਂ ਥਰਕੰਬੜੀ ਮਹਿਸੂਸ ਕਰਨੀ, ਇਹ ਵੀ ਸਧਾਰਨ ਤਜਰਬਾ ਹੈ। ਅਣਹੋਣੀਆਂ ਸਰੀਰਕ ਹਰਕਤਾਂ ਹੋਣੀਆਂ, ਜਿਵੇਂ ਝਟਕੇ ਵੱਜਣੇ, ਚੀਕਾਂ ਨਿਕਲਣੀਆਂ ਇਤਿਆਦਿਕ, ਇਹ ਵੀ ਸਧਾਰਨ ਗੱਲ ਹੈ। ਗੁਪਤ ਆਵਾਜ਼ਾਂ ਸੁਣਨੀਆਂ। ਸੋ ਮਾਇਕੀ ਮੰਡਲ ਤੋਂ ਆਤਮਿਕ ਦੇਸ਼ ਤਾਈਂ ਸੁਰਤੀ ਦਾ ਪੈਂਡਾ ਬੜਾ ਲੰਬੇਰਾ, ਬਿਖੜਾ ਤੇ ਗੁੰਝਲਦਾਰ ਹੈ ਅਤੇ ਕਈ ਮਾਨਸਿਕ ਤੇ ਅਧਿਆਤਮਿਕ ਤਹਿਾਂ ਅਥਵਾ ਸਤਹ ਵਿੱਚ ਦੀ ਲੰਘਣਾ ਪੈਂਦਾ ਹੈ। ਇਸ ਲੰਮੇ ਤੇ ਔਖੇ ਸਫ਼ਰ ਵਿੱਚ ਅਨੇਕਾਂ ਤਜਰਬਿਆਂ ਦਾ ਹੋਣਾ ਇੱਕ ਸੁਭਾਵਕ ਗੱਲ ਹੈ। ਪਰ ਜੇਕਰ ਉੱਪਰ ਦੱਸੇ ਮਾਨਸਿਕ ਲਿਸ਼ਕਾਂ, ਚਮਤਕਾਰੇ, ਇਹ ਦਰਸ਼ਨ ਆਦਿ ਸੱਚੀਆਂ ਜਾਂ ਅਸਲੀ ਅਧਿਆਤਮਿਕ ਪ੍ਰਾਪਤੀਆਂ ਹੋਣ, ਤਾਂ ਸਾਡੇ ਮਨ, ਚਿੱਤ, ਬੁੱਧੀ ਅਤੇ ਸਮੁੱਚੇ ਜੀਵਨ ਵਿੱਚ ਕੋਈ ਸਦੀਵੀ ਅਧਿਆਤਮਿਕ ਪਰਿਵਰਤਨ ਹੋਣਾ ਚਾਹੀਦਾ ਹੈ ਅਤੇ ਮਾਇਆ ਦੇ ਭਰਮਗੜ੍ਹ ਵਿੱਚੋਂ ਨਿਕਲ ਕੇ ਆਤਮਿਕ ਮੰਡਲ ਦੇ ਨਾਮ ਪ੍ਰਕਾਸ਼ ਵਿੱਚ ਜਾ ਵਸਣਾ ਚਾਹੀਦਾ ਹੈ। ਪਰ ਇਹਨਾਂ ਮਾਨਸਿਕ ਚਮਤਕਾਰਾਂ ਤੇ ਦਰਸ਼ਨਾਂ ਨਾਲ ਸਾਡੇ ਰੋਜ਼ਾਨਾ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਅੰਦਰ ਰੁਣ ਚੁਣ ਵੀ ਚਲਦੀ ਹੈ, ਬਾਹਰ ਝੂਠ ਕ੍ਰੋਧ ਵੀ ਚੱਲਦਾ ਹੈ, ਲੋਭ ਵੀ ਚੱਲਦਾ ਹੈ, ਕਾਮ ਵੀ ਚੱਲਦਾ ਹੈ। ਇਹਨਾਂ ਮਾਨਸਿਕ ਚਮਤਕਾਰਾਂ ਤੇ ਦਰਸ਼ਨਾਂ ਨਾਲ ਸਾਡੇ ਰੋਜ਼ਾਨਾ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਅਤੇ ਉਸੇ ਤਰ੍ਹਾਂ ਆਪਣੀ ਪੁਰਾਣੀ ਮਾਇਕੀ ਜੀਵਨ ਰੋੜ ਵਿੱਚ ਰੁੜੀ ਜਾਂਦੇ ਹਾਂ ਤੇ ਸਾਡੇ ਸਮੁੱਚੇ ਜੀਵਨ ਵਿੱਚ ਕੋਈ ਅਧਿਆਤਮਿਕ ਪਰਿਵਰਤਨ ਨਹੀਂ ਆਉਂਦਾ। ਉੱਪਰਲੀ ਵਿਚਾਰ ਤੋਂ ਸਪਸ਼ਟ ਹੈ ਕਿ ਇਹ ਅਖੌਤੀ, ਖਿੰਨ ਭੰਗਰ, ਇਹ ਮਾਨਸਿਕ
ये चमत्कार, ये चलकारे, ये दर्शन, ये तजर्बे, ये साढ़े मनोकल्पत अथवा स्वै प्रेरक ख्यालों ते निश्चयां अथवा पिछले कर्मां दे प्रभाव दे प्रतिबिंब ही होंदे हैं। ते इन्हां मानसिक प्रतिबिंबां नूं असली आत्मक करिश्मे समझ के अहमियत देनी, ते इन्हां नूं आत्मक प्राप्तियां समझना, ते इन्हां विच संतुष्ट होना, ते इन्हां दा घमंड करना, ते इन्हां कारण भले भलेरे बनना एक सब्बल परम भुलेखा है। इस तरह जगियासू दी आत्मक तरक्की रुक जाती है तो उसकी सुरत खड़दी कला विच विचरदी है। जिसनों ये तजुर्बे होंदे हन, जे उसनों अहमियत देवे तो मन में समझिया कुछ हो गया है तो समझ लो उसकी आत्मक तरक्की रुक गई। क्योंकि हुण जे अज दर्शन किए महापुरखों के मनोकल्पत, फिर उस ही फसिया रहेगा, उस तरह के प्रतिबिंब सारी जिंदगी देखता रहेगा, यथार्थों तो दूर दूर रहेगा। सो इस तरह फिर जगियासू की आत्मक तरक्की रुक जाती है तो उसकी सुरत खड़दी कला विच विचरदी है। फिर कुछ समा पा के वह खड़दियां कलां तो ढैंदियां कलां वल रुड़न लग जाता है तो नाल ही उसके मानसिक ते धार्मिक जीवन विच गिरावट आ जाती है। गुरबाणी विच ऐसे भुलड़ जगियासुआं की बाबत इउं बयान किया गया है, मिलिया होए न विछड़े जे मिलिया होई, मिलिया कदे ना विछड़े ज्योति ज्योत मिलावे। मिलिया मिलिया ना मिले, मिले मिलिया जे होए, अंतर आत्मा जो मिले मिलिया कहिए सोए। सो साध संगत विच विचरदियां होया अटुट अंतरमुखी सिमरन अथवा शब्द की कमाई द्वारा जो अंतर आत्मे तजर्बे होंदे हन वो अत्यंत विलक्षण बिस्मादी ते आश्चर्यमई होंदे हन। ये तां सी सधारण तजर्बियां दी गल जिन्होंने असी अहमियत नहीं देनी। हुण जिहड़े असली तजर्बे होंदे हन वो किहड़े किस तरह होंदे हन, इसका बयान किया गया है कि साध संगत विच विचरदियां होया अटुट अंतरमुखी सिमरन अथवा शब्द की कमाई द्वारा जो अंतर आत्मे तजर्बे होंदे हन वो अत्यंत विलक्षण बिस्मादी ते आश्चर्यमई होंदे हन, जिन्होंने गुरबाणी विच इउं दर्शाया गया है। लोएण देख रहे बिस्मादी चित अधिष्ट लगाई, हर का मंदर तिसमें लाल, गुर खोलिया पड़दा देख भई निहाल। देखियो अचर्ज महामंगल रूप किछ आन नहीं दृष्टावे, देर दर्शन देख शीतल मन पए, जन्म जन्म के किल विख गए। मायरी पेख रही बिस्माद, अनहद तुनी मेरा मन मोयो, आश्चर्य ताके स्वाद। दर्शन देखत ही सुध की ना सुध रही, बुद्ध की ना बुद्ध रही, मत में ना मत है, सुरत में ना सुरत और ध्यान में ना ध्यान रहो, ज्ञान में ना ज्ञान रहो, गत में ना गत है। तीरज को तीरज गयो, तीरज को तीरज, गर्भ को गर्भ गयो, रत में ना रत रही, पत रत पत है। अद्भुत परम अद्भुत, बिस्मय बिस्म, आश्चर्य आश्चर्य, अत अत है। सो जन्मा जन्मा तो साड़ी सुरती बिरती का अभ्यास बारमुखी होने करके असी अकाल पुरख अथवा गुरुआं अवतारां अते उन्हां दे आत्मक कौतुकां नूं अपनी मायकी अखां नाल ही देखण दी जाचना करते हैं। पिछे जड़ा पढ़िया वो सारे अध्यात्मक भुलेखे सन। हुण दर्शनां दी बाबत भी साढ़े अंदर भुलेखा है, जिहड़ी असी जाचना करते हाँ गुरु महाराज दे दर्शनां दी, इस बाबत भी बड़ा वड्डा भुलेखा है। जन्मां जन्मां तो साड़ी सुरती बिरती दा अभ्यास बारमुखी होने करके असी अकाल पुरख अथवा गुरुआं अवतारां अते उन्हां दे आत्मक कौतुकां नूं अपनी इन्हां मायकी अखां नाल देखण दी जाचना करते हैं। पर गुरबाणी अनुसार अकाल पुरख का स्वरूप अदृष्ट, अगोचर, आत्म प्रकाश दा तत् स्वरूप है अते उसके दर्शन भी तत् स्वरूपी अथवा नाम द्वारा ही अनुभव हो सकते हैं। तदे गुरबाणी विच डिठै मुक्त न होवई जिचर शब्द न करे विचार, अते अदृष्ट अगोचर पकड़िया गुर शब्दी का उपदेश दृढ़ाया गया है। उपरली विचार तो स्पष्ट होता है कि अंतर्मुखी शब्द की विचार कमाई
अथवा नाम सिमरन तो बगैर अकाल पुरख अथवा सतगुरु दे सच्चे प्रकाशमयी तत् स्वरूप दे दर्शन दी आस रखनी, ये साडा दीर्घ मानसिक परम भुलेखा है। ध्यान देना जी, सिमरन ना करना, शब्द दी कमाई ना करनी ते दर्शनां दी आस रखनी, ये साडा वड्डा परम भुलेखा है। क्यों? क्योंकि प्रभु तां अगोचर है, तत् स्वरूप है। ਤੇ ਜਦੋਂ ਅਸੀਂ ਸ਼ਬਦ ਦੀ ਕਮਾਈ ਕਰਦੇ ਹਾਂ, ਸੁਰਤ ਉਤਨੀ ਸੂਖਮ ਹੋ ਜਾਂਦੀ ਹੈ ਕਿ ਤਤ ਨੂੰ ਪਕੜ ਸਕਦੀ ਹੈ। ਜੇ ਸ਼ਬਦ ਦੀ ਕਮਾਈ ਨਹੀਂ ਕਰਾਂਗੇ ਤੇ ਜੇ ਦਰਸ਼ਨ ਦੇ ਵੀ ਦਿੱਤੇ ਉਹ ਤਾਂ ਮਨੋਕਲਪਤ ਹੋਣਗੇ, ਸਾਡੀ ਰੰਗਤ ਅਨੁਸਾਰ ਅਸਲੀ ਦਰਸ਼ਨ ਤਾਂ ਨਹੀਂ ਆਉਂਦੇ। ਇਸ ਕਰਕੇ ਸ਼ਬਦ ਦੀ ਕਮਾਈ ਤੋਂ ਬਗੈਰ ਦਰਸ਼ਨਾਂ ਦੀ ਆਸ ਰੱਖਣੀ, ਇਹ ਵੀ ਸਾਡਾ ਵੱਡਾ ਮਾਨਸਿਕ ਪਰਮ ਭੁਲੇਖਾ ਹੈ। ਫਿਰ ਦੁਹਰਾ ਦਈਏ, ਉੱਪਰਲੇ ਵਿਚਾਰ ਤੋਂ ਸਪਸ਼ਟ ਹੈ कि अंतर्मुखी शब्द दी विचार कमाई अथवा नाम सिमरन तो बगैर अकाल पुरख अथवा सतगुरां दे सच्चे प्रकाशमयी तत्स्वरूप दे दर्शनां दी आस रखनी, ये साडा दीर्घ मानसिक परम भुलेखा है। असी दर्शनां नूं सिर्फ अखां नाल देखण दी क्रिया ही समझदे हां, पर असल विच दर्शन अखर दे पिछोकड़ विच बड़ियां डूंघियां ते रहस्यमयी भावनावां लुकियां हुंदियां हन। जद असी किसी का दर्शन करते हाँ तो सिर्फ उसके बाहरले शरीरक रूप नूं ही देखते अते पहचानते हाँ, पर जिसके असी दर्शन करते हाँ वो निरापुरा बाहरला दिसनहार शरीर ही नहीं, बल्कि उसके शरीरक स्वरूप के पिछे उसके मन, चित्त, बुद्धि, अंतशकरण, आत्मा ते फिर इन्हां दियां सूखम रहस्यमयी भावनावां छुपियां होंदियां। जिस तरह फुल दे दूर तो अस्थूल दर्शन करन नाल उसदे समुचे अंतरीव गुण सुहापण, कोमलता, खुशबू आदि तो वांझे रह जाईदा है। फुल दे इन्हां गुणां तो लाभ लैण लई फुल नूं परसना पवेगा। जदों हथ लावांगे तां पता चलेगा किन्ना कोमल है। फुल दे संपूर्ण दर्शन तद ही हो सकदे हन जद असी उसदे नेड़े होके उसनूं परसीए ਅਤੇ ਉਸਦੇ ਗੁਣ ਅਥਵਾ ਉਸਦੀ ਸੁੰਦਰਤਾ, ਉਸਦੀ ਕੋਮਲਤਾ ਅਤੇ ਖੁਸ਼ਬੂ ਦਾ ਲਾਹਾ ਲਈਏ। ਇਸ ਤਰ੍ਹਾਂ ਅਸੀਂ ਫੁੱਲ ਦੇ ਰਹੱਸਮਈ ਗੁਣਾਂ ਦੇ ਤੋਂ ਸਰਸੇ ਹੋ ਕੇ ਆਨੰਦ ਮਾਣ ਸਕਦੇ ਹਾਂ। ਗੁਰਬਾਣੀ ਵਿੱਚ ਇਸ ਵਿਚਾਰ ਦੀ ਇਉਂ ਪ੍ਰੋੜਤਾ ਕੀਤੀ ਗਈ ਹੈ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਏਕਾ ਖੋਜੈ एक प्रीत दर्शन परसन हीत चीत, हर रंग रंगा सहज मान, नानक दास तिस जन कुर्बान। इसलिए निरेपुरे मनोकल्पत अथवा शरीरक दर्शनां नाल संपूर्ण दर्शनां दा लाभ नहीं हो सकता। ये बड़ा जरूरी नुकता है कि निरापुरे मनोकल्पत सुरत तैयार ना होवे, दात नूं लैण लई ग्रहण करन लई सूखम ना होवे, तो निरे पूरे मनोकल्पत अथवा शरीरक दर्शनां नाल संपूर्ण दर्शनां दा लाभ नहीं हो सकता, अते ना ही अस्थूल स्पर्श अथवा शरीरक मेल नाल अंतरीव संपूर्ण मेल हो सकता है। जे शरीर नूं हथ ला भी लिया तां भी उस नाल तां अंतरात्मे मेल नहीं हो सकता। तदे गुरबाणी विच डिठै मुक्त ना होवई, जिचर शब्द करे ना, जिचर शब्द ना करे विचार दा उपदेश दृढ़ाया गया है। ये बड़ा जरूरी नुकता है। डिठै मुक्त ना हो वई, जिचर शब्द न करे विचार। सो गुरबाणी अनुसार ऐसा दर्शन सिर्फ शरीरक दर्शना ताई महदूद नहीं होता, बल्कि इस तो परे मानसिक मेल है, उस तो अगे अध्यात्मक मेल है, फिर गुणां दी सांझ है, फिर रहस्यमयी लेवा देवी है, फिर पिरम प्याले पीने ते पिलावणे हन, फिर अंतरात्मे आनंद है, फिर आत्मक रस विच खीवे होना है, फिर अनहद धुनी विच मोहे जाना है, फिर आश्चर्य स्वाद दी मस्ती है, फिर प्रेम स्वैपना विच तारिया लावना है। मिले मिलिया ना मिले, मिले मिलिया जे होए, अंतर आत्मे जो मिले मिले कहिए सोए। शब्द मिलावा होत है, देह मिलावा ना है। लो कितनी स्पष्ट गल है। शब्द मिलावा होत है, देह मिलावा ना है। इसलिए निरे पुरले बारले दर्शन या मेल नूं संपूर्ण ते सफल दर्शन समझना, ये भी साडा दीर्घ मानसिक परम भुलेखा है। सतगुरु दा दर्शन तां आत्मक प्रकाश अथवा जोत स्वरूपी है, असली दर्शन।
सतगुरु का दर्शन तो आत्म प्रकाश अथवा जोत स्वरूपी है, जो सिर्फ अनुभव द्वारा अंतर आत्मे शब्द या नाम दे प्रज्वलित होने ते ही हो सकता है। अखां नाल नहीं, अनुभव द्वारा, सुरत द्वारा जदों नाम प्रज्वलित हो गया तो नाम शब्द की कमाई नाल प्रज्वलित होता है। फिर दोहरा दईए कि सतगुरु का दर्शन तो आत्म प्रकाश अथवा जोत स्वरूपी है, जो सिर्फ अनुभव द्वारा अंतर आत्मे शब्द या नाम दे प्रज्वलित होने ते ही हो सकता है। ते सतगुरु दे अंतर आत्मे प्रकाश रूप दर्शन ये देहधारी दर्शन नहीं, ये एक देसी दर्शन नहीं, ये एक जाति दर्शन नहीं, ये एक रंगी दर्शन नहीं, एक नामी दर्शन नहीं, ये तस्वीरां वाला दर्शन नहीं, ये बुत्तां वाला दर्शन नहीं, ये सुंड वाला दर्शन नहीं, ये 10 सिरां वाला दर्शन नहीं, ये 4 बाहां वाला दर्शन नहीं। हाँ जी, जोत स्वरूपी दर्शन तो सदा अंग संगे है, ये तो हाथ पै नेरे है, ये अंग संग मौला है, ये दर्शन तो अंग अंग सुखदाई है, ये नाल होवंदा है, ये लै न सकंदा है, ये छोड़ न जाई है, ये लाड लडाउंदा है, ये खेल खिलाउंदा है, ये प्रतिपाले है, ये नितसार संभाले। जे ऐसे सतगुर का दर्शन हो गया असली दर्शन तो की कीता? ऐसे सतगुर के दर्शन ने परमगढ़ तोड़िया। गढ़ कहते हैं जिमें चोर ठग कितने रहिंदे होण, असीं कह दिंदे आ चोरां दा गढ़ है, भरम का गढ़ जिथे हर किस्म के भरम वसदे होण। तो सतगुर ने की किया? भरम का गढ़ ही तोड़ दिता, हर किस्म के भरम दूर हर स्यों जोड़िया। ऐसे सतगुर के दर्शन ने मोह अंधेर चुकाया, भगत भंडार बख्शिया, महा अगन ते राखिया, वैरी मित्र समदृष्ट दिखाई। ऐसे प्रकाशमयी दर्शन ने सूखे हरे किए खिन माहे, मानस ते देवते किए, विचों मार कड़ियां बुराइयां, अब चल राज बिठाया। ऐसे दर्शन तो साध संगत रूपी सचखंड विच ही हो सकते हैं। ध्यान देना जी, ये भी जरूरी नुकता है। असी पिछे जदों शब्द का लेख पढ़िया, उत्थे पढ़िया सी कि शब्द के प्रति जिहड़ा साडे अंदर उद्यम चाव है, उस संगत विच जागदा है। शब्द की कमाई संगत विच आउंदी है, फिर सुरत जिहड़ी सूखम है वह भी संगत विच आउंदी है। इत्थे मंजिल जिहड़ी है यानी दर्शन, सच्चे दर्शन, वह भी साध संगत विच आउंदे हैं। महापुरखां ने लिखिया है, शुरुआत भी संगत विच, अंत भी किते सानू छोट नहीं। ऐसे दर्शन तो साध संगत रूपी सचखंड विच ही हो सकते हैं। साध संगत सचखंड विच सतगुर पुरख वसै निरंकारा। पर असी अपनी परममई सीमत बुद्धि के मनोकल्पित ख्यालों नाल सतगुर की अपर अपार हस्ती नूं सीमत स्वरूप विच देखण की जांच ना करते हैं। इस तरह असी सतगुर की वडियाई की बजाय छुटियाई ते बेअदबी करते हाँ, जो साडे हौमे वेड़े मन की कोर अज्ञानता ते मनमुखताई है। ध्यान देना जी, जदों कोई साखी सुनी गुरु महाराज की, एक मन विच कल्पना बना लई, उस कल्पना के आधार पर जदों असी गुरु महाराज के दर्शनां की आस रखते हाँ, ये तो उन्हां दी अपर अपार हस्ती नूं अपनी कल्पना ताईं सीमित कर देंदे हैं। तो वडियाई नहीं, तो छुटियाई है, तो साड़ी कोर अज्ञानता ते मनमुखताई है। फिर दोहरा दई महापुरखां दे लफ्ज़ हैं कि असी अपनी परममई सीमत बुद्धि के मनोकल्पित ख्यालों नाल सतगुर की अपर अपार हस्ती नूं सीमित स्वरूप में देखण की जांच ना करते हैं। इस तरह असी सतगुरु की वडियाई की बजाय छुटियाई ते बेअदबी करते हाँ, जो साडे हौमे वेड़े मन की कोर अज्ञानता ते मनमुखताई है। इसलिए मुसवरां दियां मनोकल्पित तस्वीरां अथवा आपू घड़े बुत्तां दे आधार ते सतगुरां दे दर्शनां की जांच ना करनी, ये साडी मानसिक अज्ञानता दा दीर्घ परम भुलेखा ही है। जिहड़ियां फोटोआं छपियां होईयां हन गुरु महाराज दियां, उन्हां नूं सामने रख के वो जे स्वरूप विच गुरु जी नूं देखण दी दर्शन की जांच ना करनी, ये साडा वड्डा मानसिक परम भुलेखा, वो असली दर्शन नहीं। गुरबाणी विचार लेख नंबर 75 परम भाग 8वां। वाहिगुरू जी का खालसा, वाहिगुरू जी की फतेह।